ਤੇ ਲਓ ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਨਿੰਦਰ ਕੁਖਿਆਣਵੀ ਜਿਹੜੇ ਕਿ ਤੁਹਾਡੀ ਖਬਰਾਂ ਪੇਸ਼ ਕਰਦੇ ਨੇ ਉਹਨਾਂ ਦੀ ਇੱਕ ਹੋਰ ਪੇਸ਼ਕਾਰੀ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਨ ਲੱਗੇ ਹਾਂ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਪਤਾ ਹੋਵੇਗਾ ਕਿ ਨਿੰਦਰ ਕੁਖਿਆਣਵੀ ਬੜੇ ਚੰਗੇ ਲੇਖਕ ਨੇ। ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਹੁਣ ਤੱਕ ਲਿਖੀਆਂ ਨੇ। ਉਹਨਾਂ ਦੀ ਇੱਕ ਕਿਤਾਬ ਦਾ ਨਾਂ ਹੈ ਨਿੱਕੇ ਪੈਰਾਂ ਦੀ ਪੈੜ, ਔਰ ਇਹਦੇ ਵਿੱਚ ਉਹਨਾਂ ਨੇ ਕੁਝ ਇੱਕ ਲੇਖ ਲਿਖੇ ਨੇ, ਔਰ ਉਹਨਾਂ ਵਿੱਚੋਂ ਪਹਿਲਾ ਲੇਖ ਨਿੰਦਰ ਕੁਖਿਆਣਵੀ ਦੀ ਆਪਣੀ ਜ਼ਬਾਨੀ ਉਹਨਾਂ ਨੇ ਪੜ੍ਹ ਕੇ ਤੁਹਾਡੇ ਲਈ ਤਿਆਰ ਕੀਤਾ ਹੈ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਸ਼ਹਿਰਾਂ ਤੋਂ ਆਏ ਨੇ ਅਤੇ ਬਹੁਤ ਸਾਰੇ ਲੋਕ ਪਿੰਡਾਂ ਤੋਂ। ਪਿੰਡ ਹੋਵੇ ਜਾਂ ਸ਼ਹਿਰ ਹੋਵੇ, ਉਹਦੀ ਜਿਹੜੀ ਯਾਦ ਹੈ ਉਹ ਸਦਾ ਹੀ ਸਾਡੇ ਨਾਲ ਰਹਿੰਦੀ ਹੈ। ਤਾਂ ਖਾਸ ਤੌਰ ਦੇ ਉੱਤੇ ਆਪਣੇ ਪਿੰਡ ਵਿੱਚ ਵਾਪਸ ਜਾਣਾ ਜਿਹੜਾ ਮੁੜ ਕੇ ਹੈ ਜੀ, ਉਹ ਸਾਨੂੰ ਇੱਥੇ ਵੀ ਹਰ ਵੇਲੇ ਸਾਡੇ ਮਨ ਦੇ ਵਿੱਚ ਤਾਂਘ ਰਹਿੰਦੀ ਹੈ। ਤਾਂ ਆਪਣੇ ਪਿੰਡ ਨੂੰ ਜਾਣ ਦੀ ਜਿਹੜੀ ਤਾਂਘ ਹੈ, ਇਹਨੂੰ ਬੜੇ ਹੀ ਖੂਬਸੂਰਤ ਤਰੀਕੇ ਨਾਲ ਉਹਨਾਂ ਨੇ ਪੇਸ਼ ਕੀਤਾ ਹੈ। ਤੇ ਲਓ ਫਿਰ ਨਿੰਦਰ ਕੁਖਿਆਣਵੀ ਦੀ ਆਪਣੀ ਕਿਤਾਬ ਨਿੱਕੇ ਪੈਰਾਂ ਦੀਆਂ ਪੈੜਾਂ, ਔਰ ਉਹਦੇ ਵਿੱਚੋਂ ਹੀ ਇੱਕ ਲੇਖ ਉਹਨਾਂ ਦੀ ਆਪਣੀ ਜ਼ਬਾਨੀ। ਸਾਹਾਂ 'ਚ ਵਸਦਾ ਪਿੰਡ, ਪਿੰਡੋਂ ਪਹਿਲਾ ਕਦਮ ਤੁਰਦਾ, ਪਤਾ ਨਹੀਂ ਸੀ ਹੁੰਦਾ ਕਿੱਧਰ ਜਾਣਾ ਹੈ ਕਿੱਧਰ ਨਹੀਂ। ਦਿਨ ਰਾਤ ਤੇ ਪਤੇ ਟਿਕਾਣੇ ਮਿੱਥੇ ਜਾਂ ਜਾਣੇ ਪਛਾਣੇ ਨਹੀਂ ਸਨ ਹੁੰਦੇ। ਕਈ ਵਾਰੀ ਘੁੱਸਮੁੱਸੀ ਆਥਣੇ ਤੇ ਕਈ ਵਾਰੀ ਘੁੱਪ ਹਨੇਰੇ ਹੋਏ ਤੋਂ ਤੇ ਕਈ ਵਾਰੀ ਕਈ ਦਿਨਾਂ ਬਾਅਦ ਪਿੰਡ ਮੁੜਦਾ ਸਾਂ। ਪਤਾ ਨਹੀਂ ਕਿਉਂ ਪਿੰਡ ਆਣ ਕੇ ਇੱਕ ਅਨੋਖੀ ਊਰਜਾ ਨਾਲ ਭਰ ਜਾਂਦਾ ਸਾਂ ਤੇ ਫਿਰ ਤਾਜ਼ਾ ਦਮ ਹੋ ਕੇ ਤੁਰ ਪੈਂਦਾ ਸਾਂ। ਮੈਨੂੰ ਮੇਰੀ ਦਾਦੀ ਉਦੋਂ ਬਹੁਤ ਪਿਆਰੀ ਲੱਗਦੀ। ਜਦ ਆਥਣੇ ਦਰਵਾਜ਼ੇ ਮੂਹਰੇ ਖਲੋਤੀ, ਉਹ ਮੇਰਾ ਰਾਹ ਦੇਖ ਰਹੀ ਹੁੰਦੀ। ਨੇੜੇ ਆਏ ਨੂੰ ਘੁੱਟ ਕੇ ਜੱਫੀ ਪਾ ਲੈਂਦੀ। ਆ ਗਿਆ ਮੇਰਾ ਸਿਆਉਣਾ, ਕਦੋਂ ਦੀ ਡੀਕੀ ਜਾਨੀ ਆ। ਮਖਾਂ ਅਖੀਰਲੀ ਬੱਸ 'ਤੇ ਹੀ ਆਊਗਾ ਮੇਰਾ ਚੰਨ। ਜਦ ਬੱਸ ਦੀ ਪਾਂ ਸੁਣੀ ਤਾਂ ਆ ਖੜੀ ਮੈਂ ਬਾਹਰ। ਉਹ ਮੇਰੇ ਮਗਰ ਤੁਰਦੀ ਤੇ ਦੱਸਦੀ ਆਉਂਦੀ। ਪਿੰਡ ਦੀ ਆਪੋ ਹਵਾ, ਸਿੱਧ ਪੱਧਰੀ ਬੋਲੀ, ਪਿੰਡ ਦੇ ਨਵੇਕਲੇ ਪਾਤਰ ਜੋ ਸਦੀਵੀ ਤੌਰ 'ਤੇ ਮੇਰੇ ਮਨ ਦੀ ਸਲੇਟ 'ਤੇ ਉਕਰੇ ਗਏ ਸਨ। ਰੁੱਖਾਂ ਉੱਤੇ ਚਹਿਕਦੇ ਪੰਛੀ, ਘਰੋਂ ਬਾਹਰ ਖੇਡਦੇ ਨਿਆਣਿਆਂ ਨੂੰ ਮਾਵਾਂ ਦੀਆਂ ਮਾਰੀਆਂ ਹਾਕਾਂ, ਪਿੰਡ ਦੀ ਸਿਖਰ ਦੁਪਹਿਰ, ਪੌ ਫਟਾਲਾ, ਸੰਧਿਆ ਵੇਲਾ, ਪਸ਼ੂਆਂ ਦੀ ਕੱਚੇ ਰਾਹਾਂ ਉੱਤੋਂ ਘਰਾਂ ਨੂੰ ਵਾਪਸੀ ਸਮੇਂ ਬਾਂ ਦੀਆਂ ਆਵਾਜ਼ਾਂ, ਕਿਸਾਨਾਂ ਦੇ ਹੋਕਰੇ, ਕੁੱਕੜਾਂ ਦੀਆਂ ਬਾਂਗਾਂ, ਤੰਦੂਰ ਤੇ ਤਵੇ ਉੱਤੇ ਪੱਕਦੇ ਫੁਲਕਿਆਂ ਦੀ ਮਹਿਕ, ਦਾਲਾਂ ਸਾਗ ਤੇ ਹੋਰ ਪਕਵਾਨਾਂ ਦੀ ਸੁਗੰਧ ਕਦੇ ਮਨਫੀ ਨਹੀਂ ਹੋਈ ਤੇ ਨਾ ਹੋਵੇਗੀ। ਮੇਰੀ ਦਾਦੀ ਵੱਲੋਂ ਰੱਖੀ ਦੁੱਧ ਦੀ ਕਾੜ੍ਹਨੀ ਹੇਠਾਂ ਮੱਠੇ ਮੱਗ ਦੇ ਗੋਹੇ ਤੇ ਦੁੱਧ ਤੋਂ ਮਲਾਈ ਲਾ ਕੇ ਠੰਡੀ ਰੋਟੀ ਉੱਤੇ ਰੱਖ ਕੇ ਖਾਣ ਦਾ ਸਵਾਦ ਕਦੇ ਮਨ 'ਚੋਂ ਮਰਨਾ ਨਹੀਂ। ਦਾਦੀ, ਮਾਂ ਤੇ ਭੂਆ ਦੁਪਹਿਰੇ ਸੇਵੀਆਂ ਵੱਟਦੀਆਂ। ਮਾਂ ਨੂੰ ਦਰੀਆਂ ਤੇ ਖੇਸ ਬੁਣਦੀ ਮੈਂ ਕਈ ਸਾਲ ਵੇਖਦਾ ਰਿਹਾ ਕੋਲ ਬੈਠ ਕੇ। ਬਹੁਤੀ ਵਾਰ ਕਦੇ ਤਾਏ ਰਾਮ ਨਾਲ ਖੇਤੋਂ ਨੰਗੇ ਪੈਰੀਂ ਰੇਤਲੀ ਪਹੀ ਉੱਤੇ ਤੁਰ ਕੇ ਆਉਂਦਾ ਤੇ ਕਈ ਵਾਰ ਬੋਤੀ ਉੱਤੇ ਬਹਿ ਕੇ ਛੱਤ ਉੱਤੇ ਲੇਟਿਆ ਗਿਣਦਾ ਤਾਰੇ। ਦਾਦੀ ਤੇ ਮਾਂ ਦੀਆਂ ਸੁਣਾਈਆਂ ਬਾਤਾਂ ਦੇ ਪਾਤਰ ਲੱਗਦੇ ਬੜੇ ਪਿਆਰੇ, ਨਾਲ ਘੁੰਮਦੇ ਰਹਿੰਦੇ। ਕਦੇ ਮਾਂ ਕੋਈ ਸੰਖੇਪ ਜਿਹਾ ਲੋਕ ਗੀਤ ਸੁਣਾਉਂਦੀ। ਉੱਡਦਾ ਤੇ ਜਾਵੀਂ ਕਾਵਾਂ, ਬਹਿੰਦੜਾ ਜਾਵੀਂ ਵੇ, ਬਹਿੰਦੜਾ ਜਾਵੀਂ ਮੇਰੇ ਪੇਕੜੇ। ਬਹੁਤ ਸਾਲਾਂ ਬਾਅਦ ਰੰਜਨਾ ਤੇ ਚੰਦਰਕਾਂਤਾ ਕਪੂਰ ਦੀਆਂ ਆਵਾਜ਼ਾਂ 'ਚ ਇਹ ਗੀਤ ਆਕਾਸ਼ਵਾਣੀ ਜਲੰਧਰ ਉੱਤੋਂ ਵਾਰ ਸੁਣਿਆ। ਵਿਆਹਾਂ ਵਾਲੇ ਘਰਾਂ 'ਚੋਂ ਗੀਤਾਂ ਦੇ ਬੋਲ, ਮਰਗ ਵਾਲੇ ਘਰੋਂ ਵਹਿਣਾਂ ਦੀਆਂ ਆਵਾਜ਼ਾਂ, ਬੌਰੀਆਂ ਦੇ ਵਿਹੜੇ ਕਾਲੇ ਤਵਿਆਂ 'ਚੋਂ ਉੱਭਰ ਕੇ ਸਪੀਕਰਾਂ 'ਚ ਪ੍ਰਵੇਸ਼ ਕਰਦੀ ਗਾਣਿਆਂ ਦੁਗਾਣਿਆਂ ਦੀ ਝੜੀ ਕਈ ਦਿਨ ਜਾਰੀ ਰਹਿੰਦੀ। ਕੁੜੀਆਂ ਗੁੱਡੀਆਂ ਫੂਕਦੀਆਂ, ਗਾਉਂਦੀਆਂ ਤੇ ਚਿੜੀਆਂ ਵਾਂਗ ਚਹਿਕਾਰਾ ਪਾਉਂਦੀਆਂ। ਮੀਂਹ ਨਾ ਪੈਣ ਤੇ ਸਾਉਣ ਮਹੀਨੇ ਸੁੱਕਾ ਲੰਘ ਜਾਣ ਦੇ ਡਰੋਂ ਦਾਦੇ ਹੋਰੀ ਤੇ ਹੋਰ ਸਿਆਣੇ ਰੋਟੀਆਂ ਇਕੱਠੀਆਂ ਕਰਕੇ ਕੁੱਤਿਆਂ ਨੂੰ ਪਾਉਂਦੇ। ਮੀਂਹ ਫਿਰ ਵੀ ਨਾ ਬੌੜਦਾ। ਬਾਬੇ ਬੁੱਧ ਸਿੰਘ ਦੇ ਮੇਲੇ 'ਤੇ ਮੁਦਕੀ ਵਾਲੇ ਕਵੀਸ਼ਰਾਂ ਨਾਇਬ ਸਿੰਘ ਤੇ ਕਪੂਰ ਸਿੰਘ ਪਾਸੋਂ ਸੁਣੀ ਕਵੀਸ਼ਰੀ ਦੇ ਬੋਲ, ਤੇਰੇ ਹੇਠ ਜੰਡੋਰਿਆ ਵੇ ਮੈਂ ਹੋ ਗਈ ਰੰਡੀ, ਪਹਿਲੀ ਵਾਰ ਕੰਨੀ ਪਏ ਸਨ। ਪਿੰਡ ਖਾਨਗਾ ਤੇ ਬਾਬੇ ਦੇ ਮੇਲੇ ਮੌਕੇ ਮਿੱਠੇ ਚੌਲ ਤੇ ਪਤਾਸੇ ਵੰਡਣੇ, ਜ਼ਿੱਦ ਕੇ ਹਾਣੀਆਂ ਨਾਲ ਭੱਜਣਾ। ਬੌਰੀਆਂ ਦੇ ਵਿਹੜੇ ਗੁੱਗੇ ਪੀਰ ਦਾ ਸੱਪਾਂ ਵਾਲਾ ਮੇਲਾ ਲੱਗਦਾ। ਬੌਰੀਏ ਪਾਥੀਆਂ ਦੇ ਧੂਣੇ ਦਿਖਾਉਂਦੇ, ਸੰਗਲ ਤੇ ਸਰੀਏ ਤੱਤੇ ਕਰ ਆਪਣੇ ਪਿੰਡਿਆਂ ਉੱਤੇ ਮਾਰਦੇ, ਪਿੰਡੇ ਸਾੜਦੇ ਤੇ ਗੁੱਗੇ ਦੀ ਮਹਿਮਾ 'ਚ ਗਾਈ ਜਾਂਦੇ, ਮਿੱਠੇ ਰੋਟ ਪਕਾ ਕੇ ਖਾਈ ਜਾਂਦੇ।
ਆਥਣੇ ਲਾਲ ਹਨੇਰੀ ਚੜ੍ਹਨੀ ਤਾਂ ਸਿਆਣਿਆਂ ਨੇ ਫਿਕਰ ਕਰਨਾ, ਰੱਬਾ ਖੈਰ ਸੁੱਖ ਹੋਵੇ, ਅੱਜ ਕਿਸੇ ਗੱਭਰੂ ਦਾ ਕਤਲ ਹੋਇਆ ਹੈ। ਕੋਈ ਬੁੱਢਾ ਠੇਰਾ ਵੀ ਮਰਨਾ ਤਾਂ ਸਾਰਾ ਪਿੰਡ ਮਸੋਸਿਆ ਜਾਣਾ। ਕਿਸੇ ਨੌਜਵਾਨ ਧੀ ਜਾਂ ਪੁੱਤ ਦੀ ਮੌਤ ਹੋਣੀ ਤਾਂ ਕਈ ਦਿਨ ਸੋਗ ਨਾ ਲੱਥਣਾ, ਸੱਥਰ ਵਿਸ਼ੇ ਰਹਿੰਦੇ। ਉਦਾਸੀ, ਹਉਕੇ, ਵੈਣ ਤੇ ਵਰਲਾਪ, ਪਿੰਡ ਦਾ ਇੱਕ ਸੁਰ ਏਕਾ, ਇਹ ਗੱਲਾਂ ਤੇ ਗੁਣਾਂ ਨੇ ਹੀ ਮੇਰੇ ਸਾਹਾਂ 'ਚ ਵਸਾ ਦਿੱਤਾ ਮੇਰਾ ਪਿੰਡ। ਜੇ ਮੈਨੂੰ ਆਪਣੇ ਪਿੰਡ ਦੀ ਮਿੱਟੀ ਨਾਲ ਮੋਹ ਨਾ ਹੁੰਦਾ ਤਾਂ ਮੈਂ ਕਦੋਂ ਦਾ ਪਿੰਡ ਛੱਡ ਜਾਂਦਾ। ਫਿਲਹਾਲ ਤਾਂ ਮੈਂ ਇਹੀਓ ਧਾਰ ਲਿਆ ਕਿ ਅੰਤ ਸਮਾਂ ਵੀ ਪਿੰਡ 'ਚ ਹੀ ਬਿਤਾਵਾਂਗਾ, ਪਰ ਅੱਗੇ ਕੁਦਰਤ ਤੇ ਸਮੇਂ ਨੂੰ ਕੀ ਮਨਜ਼ੂਰ ਹੈ ਇਹਦਾ ਕਿਸੇ ਨੂੰ ਕੁਝ ਨਹੀਂ ਪਤਾ। ਆਮ ਹੀ ਦੇਖਣ 'ਚ ਆਇਆ ਹੈ ਕਿ ਜਿਹੜਾ ਜ਼ਿਆਦਾ ਪੜ੍ਹ ਲਿਖ ਜਾਂਦਾ ਹੈ ਜਾਂ ਜਿਸ ਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਹੈ, ਜਾਂ ਸਿੱਧੇ ਸ਼ਬਦਾਂ 'ਚ ਆਖਾਂ ਕਿ ਜਿਹਨੂੰ 4 ਖੰਭ ਲੱਗ ਜਾਂਦੇ ਨੇ, ਉਹ ਪਲ 'ਚ ਸ਼ਹਿਰ ਵੱਲ ਉਡਾਰੀ ਮਾਰ ਜਾਂਦਾ ਹੈ। ਬਚਪਨ ਤੋਂ ਲੈ ਕੇ ਹੁਣ ਤੀਕ ਮੇਰੇ ਵੇਂਦੇ ਬਥੇਰੇ ਲੋਕ ਪਿੰਡੋਂ ਸ਼ਹਿਰ ਵੱਲ ਨੂੰ ਵਹੀਰਾਂ ਘੱਤ ਗਏ। ਸਾਡੇ ਮਹਾਜਨਾਂ ਦੇ ਘਰਾਂ 'ਚੋਂ ਵੀ ਕੁਝ ਲੋਕ ਗਏ ਸ਼ਹਿਰ ਨੂੰ। ਜਦ ਅੱਤਵਾਦ ਦਾ ਵੇਲਾ ਸੀ ਤਦ ਕੋਈ ਨਾ ਗਿਆ। ਸਾਡੇ ਪਿੰਡ ਨੂੰ ਉਸ ਵੇਲੇ ਤੱਤੀ ਹਵਾ ਦਾ ਸੇਕ ਨਾ ਆਇਆ। ਪਿੰਡ ਦੇ ਬਹੁਤੇ ਲੋਕ ਸਾਊ ਤੇ ਨੇਕ ਬੁੱਧੀ ਵਾਲੇ ਹਨ। ਅਕਸਰ ਹੀ ਗਾਹੇ ਬਗਾਹੇ ਲੋਕ ਪੁੱਛਦੇ ਐ, ਫਰੀਦਕੋਟ ਸ਼ਹਿਰ ਕੋਠੀ ਪਾ ਲਈ ਹੋਣੀ ਹੁਣ ਤੱਕ ਤਾਂ ਤੈਂ, ਕਦੋਂ ਸ਼ਿਫਟ ਹੋਣਾ ਸ਼ਹਿਰ ਤੋਂ? ਬਾਪੂ ਜਗਦੇਵ ਸਿੰਘ ਜੱਸੋਵਾਲ ਅਖੀਰ ਤੱਕ ਕਹਿੰਦਾ ਰਿਹਾ, ਫਰੀਦਕੋਟ ਰਹਿਣ ਲੱਗ ਜਾ। ਪਤਾ ਨਹੀਂ ਉਹ ਕਿਉਂ ਕਹਿੰਦਾ ਸੀ ਇਹ ਗੱਲ। ਜਦ ਵੀ ਮਿਲਣਾ ਉਸ ਇਹੀਓ ਕਹਿਣਾ। ਮੈਂ ਬਾਪੂ ਜੱਸੋਵਾਲ ਦੀ ਇਸ ਗੱਲ ਵੱਲ ਕਦੇ ਧਿਆਨ ਨਹੀਂ ਸੀ ਦਿੱਤਾ। ਮੈਂ ਪਿੰਡ ਹੀ ਜੰਮਿਆ ਪਲਿਆ, ਸਕੂਲ ਦੀ ਰੇਤਾ 'ਤੇ ਲਿਟਿਆ, ਖੇਤਾਂ ਦੇ ਪਹਿਆਂ 'ਤੇ ਦੌੜਿਆ, ਪਿਤਾ ਦੀ ਉਂਗਲੀ ਫੜ ਕੇ ਮੇਲੇ ਦੇਖੇ ਤੇ ਗਵਈਆਂ ਦੇ ਅਖਾੜੇ ਸੁਣੇ। ਬਚਪਨ ਬੀਤਿਆ ਸੋਹਣਾ, ਜਵਾਨ ਹੋਇਆ, ਪਿੰਡ ਦੇ ਸਾਹਾਂ 'ਚ ਸਾਹ ਲਿਆ। ਉਸ ਨੂੰ ਆਪਣੀ ਰਤਾ ਵੀ ਮਸ਼ਹੂਰੀ ਹੋਣ ਨਾਲ ਛੱਡ ਕੇ ਕਿਸੇ ਵੱਡੇ ਸ਼ਹਿਰ ਤੁਰ ਜਾਣਾ ਮੇਰੇ ਵਰਗੇ ਜਜ਼ਬਾਤੀ ਬੰਦੇ ਲਈ ਸਹਿਜ ਨਹੀਂ ਸੀ। ਦੂਜੀ ਵੱਡੀ ਗੱਲ ਇਹ ਕਿ ਜਿਸ ਪਿੰਡ ਦਾ ਨਾਮ ਮੈਂ ਆਪਣੇ ਨਾਂ ਨਾਲ ਜੋੜ ਕੇ ਆਪਣੀ ਪਛਾਣ ਬਣਾਈ ਹੋਵੇ, ਉਹਨੂੰ ਬਾਏ ਕਹਿਣਾ ਸੌਖਾ ਨਹੀਂ। ਖੈਰ, ਮੈਂ ਪਿੰਡੋਂ ਪਹਿਲੀ ਵਾਰੀ ਲੁਧਿਆਣੇ ਨੂੰ ਤੁਰਿਆ ਸੀ ਆਪਣੇ ਬਾਪੂ ਦੀ ਉਂਗਲੀ ਫੜ ਕੇ ਉਸਤਾਦ ਲਾਲ ਚੰਦ ਯਮਲੇ ਜੱਟ ਦਾ ਚੇਲਾ ਬਣਨ। ਹੋਵਾਂ ਚਾਹੇ ਲੰਡਨ ਜਾਂ ਨਿਊਯਾਰਕ ਜਾਂ ਟਰਾਂਟੋ, ਸੁਪਨੇ 'ਚ ਪਿੰਡ ਹੀ ਆਉਂਦਾ ਹੈ। 7 ਸਮੁੰਦਰੋਂ ਪਾਰ ਜਾ ਕੇ ਆਖਰ ਪਿੰਡ ਨੂੰ ਪਰਤ ਆਉਂਦਾ ਹਾਂ। ਪਿੰਡ ਮੁੜਦਿਆਂ ਅਨੋਖਾ ਸਕੂਨ ਮਿਲਦਾ ਹੈ। ਆਖਰ ਕੀ ਹੈ ਅਜਿਹੀ ਖਿੱਚ ਆਪਣੇ ਸਾਹਾਂ 'ਚ ਵਸੇ ਪਿੰਡ ਅੰਦਰ? ਇਹ ਮਹਿਸੂਸ ਹੀ ਕੀਤੀ ਜਾ ਸਕਦੀ ਹੈ, ਕਿਸੇ ਤੋਂ ਨਾ ਪੁੱਛੀ ਜਾ ਸਕਦੀ ਹੈ, ਨਾ ਕਿਸੇ ਨੂੰ ਦੱਸੀ ਜਾ ਸਕਦੀ ਹੈ। ਇਹ ਗੱਲਾਂ ਕਰਦਿਆਂ ਜੇ ਮੈਂ ਆਪਣੀ ਇਸ ਲਿਖਤ ਵਿੱਚ ਆਪਣੇ ਆਲੇ ਦੁਆਲੇ ਦੀ ਗੱਲ ਨਾ ਕਰਾਂ ਤਾਂ ਇਹ ਲਿਖਤ ਅਧੂਰੀ ਰਹੇਗੀ। ਪਿੰਡ ਦੇ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਟੂਣੇ ਟਾਮਣ, ਵਹਿਮਾਂ ਭਰਮਾਂ, ਚੁਗਲੀਆਂ ਚਪਟੀਆਂ, ਸਾੜਾ ਤੇ ਈਰਖਾ ਵਿੱਚ ਗੋਡੇ ਗਰਾਸੇ ਹੋਏ ਨੇ, ਤੇ ਬਹੁਤ ਸਾਰੇ ਲੋਕ ਸਾਊ ਨੇ ਜੋ ਸਾਦੀ ਰੋਟੀ ਖਾ ਕੇ ਸੰਜਮ 'ਚ ਰਹਿ ਕੇ ਕਿਰਤ ਕਮਾਈ ਕਰਨ 'ਚ ਯਕੀਨ ਰੱਖਦੇ ਨੇ। ਮੈਂ ਚੰਗੇ ਮਾੜੇ ਲੋਕਾਂ 'ਚ ਦਿਨਕਟੀ ਕੀਤੀ ਤੇ ਕਰ ਰਿਹਾ। ਜਿਸ ਘਰ ਨੂੰ ਪਹਿਲਾਂ ਮੇਰੇ ਦਾਦੇ ਨੇ, ਫਿਰ ਮੇਰੇ ਪਿਓ ਨੇ ਤੇ ਫਿਰ ਅਸੀਂ ਦੋਵਾਂ ਭਰਾਵਾਂ ਨੇ ਹਮੇਸ਼ਾ ਇੱਟਾਂ ਵੱਟੇ ਤੇ ਗਾਰੇ ਗੱਪੇ ਨਾਲ ਸੰਭਾਲ ਕੇ ਰੱਖਿਆ ਤੇ ਲਿਪਾ ਪੋਚੀ ਕਰਦਿਆਂ ਘਰ ਦੀ ਨੁਹਾਰ ਤੇ ਬੰਤਰ 'ਚ ਵਾਧਾ ਕੀਤਾ, ਉਸ ਨੂੰ ਕਿਵੇਂ ਛੱਡ ਦਈਏ? ਇਹ ਸਵਾਲ ਮੈਨੂੰ ਅੱਧੀ ਰਾਤ ਤੀਕ ਪਰੇਸ਼ਾਨ ਕਰੀ ਰੱਖਦਾ ਹੈ। ਨੀਂਦਰ ਉੱਡ ਜਾਂਦੀ ਏ। ਸਵੇਰੇ ਚਾਹ ਪੀਂਦਿਆਂ ਕੋਠੇ ਦੀ ਛੱਤ 'ਤੇ ਬੈਠਾ ਸੋਚਦਾ ਕਿ ਖਬਰੇ ਮੈਂ ਮਾਨਸਿਕ ਰੋਗੀ ਹਾਂ। ਕਿ ਪਿੰਡ ਦੀ ਆਬੋ ਹਵਾ ਮਾਨਸਿਕ ਰੋਗ ਤੋਂ ਬਚਾਈ ਰੱਖੇਗੀ ਮੈਨੂੰ? ਸਮੇਂ 'ਤੇ ਨਿਰਭਰ ਕਰਦਾ ਦੋਸਤੋ। ਬੰਦੇ ਦੇ ਹੱਥ ਕੁਛ ਨਹੀਂ। ਜਿਵ ਹੁਕਮ ਤਿਵ ਕਾਰ। ਜੀ ਹਾਂ, ਇਹ ਸਨ ਨਿੰਦਰ ਕੁਖਿਆਣਵੀ। ਔਰ ਮੇਰਾ ਖਿਆਲ ਹੈ ਕਿ ਇਹ ਜਿਹੜਾ ਲੇਖ ਉਹਨਾਂ ਨੇ ਆਪਣਾ ਪੜ੍ਹ ਕੇ ਸੁਣਾਇਆ, ਨਿੰਦਰ ਦਾ ਇਹ ਲੇਖ ਸੁਣ ਕੇ ਤੁਹਾਨੂੰ ਆਪਣਾ ਪਿੰਡ ਜ਼ਰੂਰ ਯਾਦ ਆ ਗਿਆ ਹੋਵੇਗਾ। ਮੈਨੂੰ ਤਾਂ ਯਾਦ ਆਇਆ ਹੈ ਜੀ। ਔਰ ਜੇ ਤੁਹਾਨੂੰ ਇਹ ਲੇਖ ਉਹਨਾਂ ਦਾ ਇਸ ਤਰ੍ਹਾਂ ਪੜ੍ਹਨਾ ਪਸੰਦ ਆਇਆ ਹੋਵੇ ਤਾਂ ਮੈਨੂੰ ਟੈਲੀਫੋਨ ਕਰਕੇ ਜਾਂ ਫਿਰ ਤੁਸੀਂ ਮੈਨੂੰ ਟੈਕਸਟ ਕਰਕੇ ਦੱਸਣਾ, ਤਾਂ ਕਿ ਕੁਝ ਇੱਕ ਹੋਰ ਲੇਖ ਇਹਨਾਂ ਨੇ ਲਿਖੇ ਨੇ ਇਸੇ ਹੀ ਕਿਤਾਬ ਦੇ, ਉਹ ਵੀ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰੀਏ। ਅਸਲ ਦੇ ਵਿੱਚ ਕਈ ਵਾਰੀ ਕਿਤਾਬ ਸਾਡੇ ਕੋਲ ਪੜ੍ਹਨ ਦਾ ਮੌਕਾ ਨਹੀਂ ਹੁੰਦਾ, ਅਤੇ ਘੱਟੋ ਘੱਟ ਅਸੀਂ ਨਿੰਦਰ ਦੀ ਲੇਖਣੀ ਦਾ ਉਹਨਾਂ ਦੀ ਜ਼ੁਬਾਨੀ ਜਿਹੜਾ ਇਸ ਤਰ੍ਹਾਂ ਮਜ਼ਾ ਉਠਾ ਸਕਦੇ ਹਾਂ। ਤੋ ਮੇਰਾ ਨੰਬਰ ਹੈ 4165787373 4165787373 ਦੇ ਉੱਤੇ ਤੁਸੀਂ ਮੈਨੂੰ ਟੈਕਸਟ ਕਰ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ।